ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 33 ਸ਼ਬਦ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ੍ਰੀ ਰਾਗ ਦੇ ਵਿੱਚ। ਪਹਿਲਾ ਰਾਗ ਸ੍ਰੀ ਰਾਗ। ਉਸ ਤੋਂ ਬਾਅਦ 31 ਸ਼ਬਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ। ਫਿਰ 6 ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੇ। ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨੰਬਰ 43 ਦੇ ਦੀਦਾਰ ਕਰਨੇ ਨੇ। ਸ੍ਰੀ ਰਾਗ ਦਾ 73ਵਾਂ ਸ਼ਬਦ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਤੀਜਾ ਸ਼ਬਦ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਿਖਾ ਰਹੇ ਨੇ। ਭਲਕੇ ਉਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਨ। ਗੁਰਬਾਣੀ ਅੰਦਰ ਕੁਝ ਸ਼ਬਦ ਸਿਧਾਂਤਿਕ ਵਰਤੇ ਹੁੰਦੇ ਨੇ। ਭਲਕੇ ਉਂਝ ਅਸੀਂ ਆਉਣ ਵਾਲੇ ਜਿਹੜਾ ਦਿਨ ਹੁੰਦਾ ਹੈ ਟੂਮਾਰੋ, ਉਸ ਨੂੰ ਆਪਾਂ ਭਲਕੇ ਕਹਿੰਦੇ ਹਾਂ। ਪਰ ਇੱਥੇ ਭਲਕੇ ਦੇ ਅਰਥ ਹੈ ਰੋਜ਼ਾਨਾ, ਦਿਨ ਚੜ੍ਹਦੇ ਆ, ਨਿਤ ਹੀ, ਰੋਜ਼ਾਨਾ ਨਿਤ। ਉੱਠ ਦੇ ਅਰਥ ਹੈ ਉਦਮ। ਪਪੋਲੀਆ ਦੇ ਅਰਥ ਹੈ ਇਸ ਦੇਹੀ ਨੂੰ ਤੂੰ ਪਾਲਦਾ ਪੋਸਦਾ ਹੈ। ਜੋ ਤੇਰੇ ਸੁਭਾਅ ਅਨੁਸਾਰ ਠੀਕ ਆਉਂਦਾ ਹੈ ਉਸ ਨੂੰ ਤੂੰ ਪੂਰਾ ਕਰਨਾ ਚਾਹੁੰਦਾ ਹੈ। ਆਪਣੇ ਸੁਭਾਅ ਨੂੰ ਪਾਲਦਾ ਪੋਸਦਾ ਹੈ। ਫਿਰ ਆਪਣੀ ਸੋਚ ਨੂੰ ਵੀ ਪਾਲਣ ਪੋਸ਼ਣ ਕਰਦਾ। ਜੋ ਤੈਨੂੰ ਚੰਗਾ ਲੱਗਦਾ, ਮਨ ਨੂੰ ਚੰਗਾ ਲੱਗਦਾ, ਉਹ ਕਰਦਾ। ਸਾਰੀ ਜ਼ਿੰਦਗੀ ਇਸ ਨੂੰ ਲਕਸ਼ ਬਣਾ ਲੈਣਾ। ਸਰੀਰ ਦੇ ਰਸਾਂ ਕਸਾਂ ਨੂੰ, ਸਰੀਰ ਦੀਆਂ ਲੋੜਾਂ ਨੂੰ। ਭਲਕੇ ਉੱਠ ਪਪੋਲੀ ਹੈ, ਰੋਜ਼ਾਨਾ ਹੀ ਉਦਮ ਕਰਦਾ ਇਹਦੇ ਪਾਲਣ ਪੋਸ਼ਣ ਲਈ। ਭਲਕੇ ਉੱਠ ਪਪੋਲੀਐ ਵਿਣ ਬੁੱਝੇ ਮੁਗਧ ਅਜਾਨ। ਅਸਲੀ ਮਾਰਗ, ਅਸਲੀ ਮਕਸਦ, ਅਸਲੀ ਵਿਜ਼ਨ ਨੂੰ ਸਮਝਦਾ ਨਹੀਂ। ਮੁਗਧ ਹੈ, ਮਨ ਮੂਰਖ ਹੈ, ਮਨ ਅਣਜਾਣ ਹੈ। ਸੋ ਪ੍ਰਭ ਚਿਤ ਨ ਆਇਓ ਛੁਟੈਗੀ ਬੇਬਾਨ। ਤੂੰ ਸਰੀਰ ਦੇ ਰਸਾਂ ਕਸਾਂ ਨੂੰ, ਸਵਾਦਾਂ ਨੂੰ ਹੀ ਸਾਰੀ ਜ਼ਿੰਦਗੀ ਦਾ ਲਕਸ਼ ਮੰਨ ਲਿਆ। ਪਿਆਰਿਆ, ਤੈਨੂੰ ਵਾਹਿਗੁਰੂ ਜੀ ਚਿੱਤ ਨਹੀਂ ਆਉਂਦੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਵੈਲਿਊ ਨਹੀਂ ਪਤਾ ਲੱਗੀ। ਵਾਹਿਗੁਰੂ ਜੀ ਦੇ ਗੁਣਾਂ ਦੀ ਤੈਨੂੰ ਕੋਈ ਕਦਰ ਨਹੀਂ ਹੋਈ। ਘਰ ਵਿੱਚ ਬਖਸ਼ਿਸ਼ ਚਾਹੀਦੀ, ਘਰ ਵਿੱਚ ਵਾਹਿਗੁਰੂ ਜੀ ਦੇ ਗੁਣ ਚਾਹੀਦੇ ਨੇ, ਜ਼ਿੰਦਗੀ 'ਚ ਚਾਹੀਦੇ ਨੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਤਾਂ ਕੋਈ ਸਫਲਤਾ ਨਹੀਂ ਮਿਲਣੀ। ਇਸ ਚੀਜ਼ ਦਾ ਤੈਨੂੰ ਚੇਤਾ ਹੀ ਨਹੀਂ ਆਇਆ। ਜਿਸ ਸਰੀਰ ਵਾਸਤੇ, ਸਰੀਰ ਦੇ ਰਸਾਂ ਵਾਸਤੇ, ਸਰੀਰ ਦੀਆਂ ਲੋੜਾਂ ਵਾਸਤੇ, ਸਰੀਰ ਦੇ ਸਵਾਦਾਂ ਰਸਾਂ ਕਸਾਂ ਦੇ ਵਾਸਤੇ ਸਾਰੀ ਜ਼ਿੰਦਗੀ ਲਾਈ ਜਾ ਰਹੇ ਹੈ, ਟੁੱਟੇਗੀ ਬੇਬਾਨ। ਬੇਬਾਨ ਦੇ ਅਰਥ ਹੈ ਬੀਆਵਾਨ, ਜੰਗਲ ਵਿੱਚ। ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਕਿਸੇ ਨੂੰ ਮੌਤ ਆਉਂਦੀ, ਅਕਾਲ ਚਲਾਣਾ ਕਰਦਾ, ਤੇ ਉਹਦੀ ਡੈੱਡ ਬੋਡੀ ਨੂੰ ਜੰਗਲਾਂ 'ਚ ਸਿੱਟ ਦਿੰਦੇ ਸੀ।
ਉੱਥੇ ਜੀਵ ਜੰਤੂ ਪਸ਼ੂ ਪੰਛੀ ਖਾ ਲੈਂਦੇ ਸੀ। ਫਿਰ ਹੌਲੀ ਹੌਲੀ ਇਸ ਨੂੰ ਪਾਣੀ 'ਚ ਸੁੱਟਣਾ ਸ਼ੁਰੂ ਕੀਤਾ। ਜਦੋਂ ਪਾਣੀ ਦੇ ਕਿਨਾਰੇ ਤੇ ਨਦੀਆਂ ਦੇ ਕਿਨਾਰੇ ਤੇ ਮਨੁੱਖ ਵਸਿਆ, ਫਿਰ ਇਸ ਨੂੰ ਧਰਤੀ 'ਚ ਦਫਨ ਕਰਨਾ ਸ਼ੁਰੂ ਕੀਤਾ, ਜੋ ਇਸਲਾਮਿਕ ਸ਼ਰ੍ਹਾ ਅੱਜ ਵੀ ਚੱਲ ਰਹੀ ਹੈ। ਫਿਰ ਇਸ ਨੂੰ ਅੱਗ ਵਿੱਚ ਸਾੜਨ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਹਨੂੰ ਆਪਾਂ ਸੰਸਕਾਰ ਕਹਿੰਦੇ ਹਾਂ, ਅੰਤਮ ਸੰਸਕਾਰ, ਫਿਊਨਰਲ। ਇਹ ਵੱਖ-ਵੱਖ ਤਰੀਕੇ ਸੀ। ਇੱਕ ਥਾਂ ਤੇ ਗੁਰੂ ਸਾਹਿਬ ਗਣਾਉਂਦੇ ਵੀ ਨੇ ਵੀ ਕੋਈ ਇਹਨੂੰ ਪਸ਼ੂਆਂ ਜਾਨਵਰਾਂ ਅੱਗੇ ਸੁੱਟ ਦਿੰਦਾ ਹੈ ਤੇ ਕੋਈ ਪਾਣੀ 'ਚ ਸੁੱਟ ਦਿੰਦਾ ਹੈ ਸਰੀਰ ਨੂੰ। ਸਤਿਗੁਰੂ ਇੱਥੇ ਇੱਕੋ ਹੀ ਪੱਖ ਲੈਂਦੇ ਨੇ, ਇਸ ਸਰੀਰ ਦਾ ਅੰਤ ਕੀ ਹੈ? ਇਹਨੇ ਬਿਆਬਾਨ ਵਿੱਚ ਇਕੱਲੀ ਰਹਿ ਜਾਣਾ, ਛੁੱਟੇਗੀ, ਇਕੱਲੀ ਰਹਿ ਜਾਏਗੀ, ਜਿਹਦੇ ਪਿੱਛੇ ਤੂੰ ਸਾਰੀ ਜ਼ਿੰਦਗੀ ਆਪਣੀ ਲਾ ਰਿਹਾ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ, ਅਸਲੀ ਵਿਜ਼ਨ ਤੂੰ ਭੁੱਲ ਗਿਆ। ਵਾਹਿਗੁਰੂ ਜੀ ਤੈਨੂੰ ਕਹਿ ਰਹੇ ਨੇ ਇੱਦਾਂ ਜਿਉਂ ਤੇ ਇੱਦਾਂ ਨਾ ਜਿਉਂ। ਉਹ ਜਿਹੜੀ ਆਵਾਜ਼ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਸਮਝ, ਗੁਰਬਾਣੀ ਦੇ ਅੰਦਰ ਉਹ ਆਵਾਜ਼ ਹੈ। ਗੁਰੂ ਕੀ ਕਹਿ ਰਹੇ ਨੇ, ਵਾਹਿਗੁਰੂ ਜੀ ਕੀ ਕਹਿ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਨਾ, ਉਹ ਸੱਚਾ ਗਿਆਨ ਹੈ, ਉਹ ਸਤਿਗੁਰ ਸਰੂਪ ਹੈ। ਚਿੱਤ ਹੁੰਦਾ ਹੈ ਮੈਮਰੀ ਪਾਵਰ, ਚੇਤਾ ਸ਼ਕਤੀ। ਉਹਨੂੰ ਆਪਣੀ ਮੈਮਰੀ ਪਾਵਰ 'ਚ ਰੱਖ, ਉਹਨੂੰ ਯਾਦ ਰੱਖ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਰੰਗ ਮਾਣ ਦੇ ਅਰਥ ਹੈ ਪਿਆਰ ਕਰ ਇਸ ਨੂੰ। ਸਦਾ ਸਦਾ ਦੇ ਅਰਥ ਹੈ ਹਰ ਵੇਲੇ, ਹਰ ਸਮੇਂ ਯਾਦ ਰੱਖ ਗੁਰੂ ਕੀ ਕਹਿ ਰਹੇ ਨੇ, ਉਹਨੂੰ ਮੰਨ। ਗੁਰੂ ਤਾਂ ਕਹਿ ਰਹੇ ਨੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਤੇ ਮਨ ਨੂੰ ਨਿੰਦਾ ਦੀ ਰਸ ਪੈ ਗਿਆ, ਆਦਤ ਪੱਕ ਗਈ ਹੈ। ਗੁਰੂ ਸਾਹਿਬ ਤੇ ਕਹਿ ਰਹੇ ਨੇ, ਰੱਬ ਦੀ ਸੱਚੀ ਆਵਾਜ਼ ਸਤਿਗੁਰ ਸਰੂਪ ਤੇ ਇਹ ਕਹਿ ਰਹੇ ਨੇ ਕਿ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਇਹ ਜੀਵਨ ਦਾ ਆਨੰਦ ਹੈ। ਪਰ ਮਨ ਨੂੰ ਨਫ਼ਰਤ ਕਰਨ ਦੀ ਆਦਤ ਹੈ, ਜੈਲਸ ਕਰਨ ਦੀ ਆਦਤ ਹੈ, ਲੋਭ ਲਾਲਚ ਦੀ ਆਦਤ ਹੈ। ਇਸ ਲਈ ਪ੍ਰਾਣੀ ਤੂੰ ਆਇਆ ਲਾਹਾ ਲੈਣ। ਇਸ ਸੰਸਾਰ ਤੇ ਮਨੁੱਖਾ ਜੀਵਨ ਦਾ ਇੱਕ ਵਿਜ਼ਨ ਸੀ, ਇੱਕ ਮਕਸਦ ਸੀ। ਮਨੁੱਖ ਦੇ ਅੰਦਰ ਐਸਾ ਦਿਮਾਗ ਰੱਖ ਦਿੱਤਾ ਹੈ, ਬਾਕੀ ਜੀਵ ਜੰਤੂ ਪਸ਼ੂ ਪੰਛੀਆਂ ਕੋਲੇ ਇੱਕ ਇੱਕ ਚੰਗਾ ਕਰਮ ਹੈ। ਕੁੱਤੇ ਦੇ ਕੋਲ ਵਫਾਦਾਰੀ ਹੈ, ਕੋਇਲ ਦੇ ਕੋਲ ਮਿੱਠੀ ਬੋਲੀ ਹੈ, ਭਵਰੇ ਦੇ ਕੋਲ ਸੁਗੰਧੀ ਤੇ ਬੈਠਣਾ ਹੈ। ਗੁਰਬਾਣੀ ਅੰਦਰ ਉਹਨੂੰ ਬਾਖੂਬ ਉਦਾਹਰਨਾਂ ਦੇ ਦੇ ਕੇ, ਐਗਜ਼ੈਂਪਲਸ ਬਣਾ ਕੇ ਗੁਰਬਾਣੀ ਅੰਦਰ ਦਰਸਾਇਆ ਗਿਆ। ਉਹ ਜਿੰਨੇ ਗੁਣ ਦਿਖਾਏ ਗਏ ਨੇ, ਪਸ਼ੂਆਂ ਚੋਂ, ਜਾਨਵਰਾਂ ਚੋਂ, ਪੰਛੀਆਂ ਚੋਂ, ਬਨਸਪਤੀ ਵਿੱਚੋਂ, ਹਵਾ ਚੋਂ, ਅੱਗ ਚੋਂ, ਨਦੀਆਂ ਚੋਂ, ਨਾਲਿਆਂ ਚੋਂ, ਜਿੰਨੇ ਗੁਣ ਦਿਖਾਏ ਨੇ, ਮਨੁੱਖ ਦਾ ਦਿਮਾਗ ਐਸਾ ਬਣਾਇਆ, ਮਨੁੱਖ ਸਾਰੇ ਗੁਣ ਹੀ ਗ੍ਰਹਿਣ ਕਰ ਸਕਦਾ ਹੈ, ਸਾਰੇ ਗੁਣ ਹੀ ਜਿਉ ਸਕਦਾ। ਇਹਨੂੰ ਬਣਾਇਆ ਹੀ ਇਸ ਤਰੀਕੇ ਨਾਲ। ਇਹਨੇ ਗੁਣੀ ਨਿਧਾਨ ਦੀ ਸ਼ਰਨ ਵਿੱਚ ਰਹਿ ਕੇ ਗੁਣਾਂ ਵਾਲਾ ਜੀਵਨ ਜਿਉਣਾ ਸੀ। ਜਿੰਨਾ ਪਸ਼ੂ ਪੰਛੀ ਜਾਨਵਰਾਂ ਪੰਛੀਆਂ ਦੇ ਕੋਲ ਗੁਣ ਨੇ ਨਾ, ਉਹ ਆਪਣੇ ਗੁਣਾਂ ਲਈ ਦੂਸਰਿਆਂ ਦਾ ਫਾਇਦਾ ਕਰਦੇ ਨੇ। ਸ਼ਹਿਦ ਦੀਆਂ ਮੱਖੀਆਂ ਸ਼ਹਿਦ ਪੈਦਾ ਕਰਦੀਆਂ ਨੇ, ਉਹਦੇ ਵਰਗਾ ਕੰਪੈਰੇਟਿਵਲੀ ਪ੍ਰੋਡਕਟ ਕੋਈ ਆਇਆ ਹੀ ਨਹੀਂ, ਪਰਉਪਕਾਰ ਕਰਦੀਆਂ ਨੇ। ਤੇ ਮਨੁੱਖ ਨੇ ਵੀ ਇਹਨਾਂ ਗੁਣਾਂ ਨਾਲ ਪਰਉਪਕਾਰ ਕਰਨਾ ਸੀ, ਇਹਦਾ ਵਿਜ਼ਨ ਸੀ। ਇਹ ਵਿਜ਼ਨ ਵਾਸਤੇ ਇਹਨੇ ਗਿਆਨ ਗੁਰੂ ਤੋਂ ਲੈਣਾ ਸੀ, ਇਲਾਹਾ ਖੱਟਣਾ ਸੀ, ਗੁਣ ਲੈਣੇ ਸੀ, ਗੁਣਾਂ ਦੀ ਜੁਗਤ ਲੈਣੀ ਸੀ, ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣੀ ਸੀ। ਇਲਾਹਾ ਲੈਣਾ ਤੇਰਾ ਮੇਨ ਮਕਸਦ ਸੀ। ਪਰ ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਕੁਫਕੜੇ ਕਰਮ ਕਰੀ ਜਾ ਰਹੇ ਹੈ, ਉਹਦਾ ਪ੍ਰੋਫਿਟ ਤੈਨੂੰ ਦਿਸਦਾ ਹੀ ਨਹੀਂ। ਆਖੋ ਵਾਹਿਗੁਰੂ। ਜਿੰਨੇ ਕੁ ਪ੍ਰੋਫਿਟ ਗਿਣਦਾ ਉਦੋਂ ਵੱਧ ਘਾਟੇ ਪੈ ਜਾਂਦੇ ਨੇ। ਇੱਕ ਦਿਨ ਪ੍ਰੋਫਿਟ ਗਿਣਦੇ 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 ਘਰ ਵਿੱਚ ਸਾਰਾ ਹੀ ਘਾਟਾ ਪੈ ਗਿਆ। ਕੁਫਕੜੇ ਬਿਨਾਂ ਪ੍ਰੋਫਿਟ ਵਾਲੀ ਉਲਝਣ ਤਾਣੀ ਵਿੱਚ ਲੱਗਿਆ ਹੋਇਆ, ਸਭ ਮੁਕਦੀ ਚੱਲੀ ਰਹਿਣ, ਜੀਵਨ ਦੀ ਰਾਤ ਬਤੀਤ ਹੋ ਰਹੀ ਹੈ। ਰਹਾਓ ਇਹ ਸੈਂਟਰਲ ਆਈਡੀਆ ਸੀ ਸ਼ਬਦ। ਉਦਮ ਕਰੇ ਪਸ਼ ਪੰਖੀਆਂ, ਦਿਸੈ ਨਾਹੀ ਕਾਲ। ਉਦਮ ਹੁੰਦਾ ਕਲੇਲਾਂ ਕਰਨੀਆਂ, ਕਲੋਲਾਂ ਕਰਨੀਆਂ, ਖੁਸ਼ੀਆਂ ਮਾਣਨੀਆਂ। ਪਸ਼ੂ ਪੰਛੀ ਜਾਨਵਰ ਕਲੋਲਾਂ ਕਰਦੇ ਨੇ ਜ਼ਿੰਦਗੀ। ਉਹਨਾਂ ਦੇ ਲਈ ਕੋਈ ਮੇਨ ਮਕਸਦ ਨਹੀਂ ਹੁੰਦਾ, ਕੋਈ ਵਿਜ਼ਨ ਨਹੀਂ ਹੁੰਦਾ, ਕਲੋਲਾਂ ਕਰਦੇ ਨੇ।
ਮੌਤ ਪੈਂਦੀ ਹੈ, ਮੌਤ ਦੀ ਝਪਟ ਪੈਂਦੀ ਹੈ, ਪਤਾ ਹੀ ਨਹੀਂ ਲੱਗਦਾ। ਭਗਤ ਫਰੀਦ ਜੀ ਨੇ ਵੀ ਇੱਕ ਜ਼ਿਕਰ ਕੀਤਾ ਹੈ, ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ। ਉੱਥੇ ਕੇਲ ਲਿਖਿਆ ਤੇ ਕੁਦਮ ਲਿਖਿਆ, ਕਲੋਲਾਂ। ਜਿਸ ਤਰ੍ਹਾਂ ਉਹਨਾਂ ਨੂੰ ਕਲੋਲਾਂ ਕਰਦਿਆਂ ਮਕਸਦ ਵਿਜ਼ਨ ਕੋਈ ਹੈ ਨਹੀਂ, ਜ਼ਿੰਦਗੀ ਦੇ ਸਵਾਦ ਮਾਣ ਲਈ, ਖੁਸ਼ੀਆਂ ਮਾਣਨੀਆਂ ਤੇ ਮੌਤ ਪੈਂਦੀ ਹੈ। ਹੋਤਾ ਸਾਥ ਮਨੁੱਖ ਹੈ ਹਥਾ ਮਾਇਆ ਜਾਲ। ਉਹਨਾਂ ਦੇ ਸਾਥ ਵਿੱਚ ਹੀ ਮਨੁੱਖ ਰਲ ਗਿਆ, ਭਾਵ ਮਨੁੱਖ ਵੀ ਉਸ ਤਰ੍ਹਾਂ ਦੀਆਂ ਕਲੋਲਾਂ ਹੀ ਕਰ ਰਿਹਾ, ਬਿਨਾਂ ਪਰਉਪਕਾਰੀ ਮਿਸ਼ਨ ਤੋਂ, ਬਿਨਾਂ ਵਿਜ਼ਨ ਤੋਂ, ਬਿਨਾਂ ਵੱਡੇ ਮਕਸਦ ਤੋਂ, ਸਮਾਜ ਦੇ ਲਈ, ਕੌਮ ਦੇ ਲਈ ਕੁਝ ਕਰਨਾ। ਗੁਰਮੁਖਤਾਈ ਦੇ ਜੀਵਨ ਵਿੱਚ ਬਖਸ਼ਿਸ਼ ਲੈਣੀ ਤੇ ਬਖਸ਼ਿਸ਼ ਵੰਡਣੀ, ਗੁਰੂ ਕੋਲੇ ਜਾ ਕੇ ਗਿਆਨ ਲੈਣਾ ਤੇ ਗਿਆਨ ਵੰਡਣਾ, ਇਸ ਮਕਸਦ ਤੋਂ ਬਿਨਾਂ ਮੈਂ ਜ਼ਿੰਦਗੀ ਕਲੋਲਾਂ ਕਰਦਾ ਪਿਆ, ਫਸ ਗਿਆ ਆਪਣੇ ਬੁਣੇ ਜਾਲ ਵਿੱਚ। ਮੁਕਤੇ ਸਈ ਭਾਲੀਐ ਜੇ ਸੱਚਾ ਨਾਮ ਸੰਭਾਲ। ਇਸ ਜਾਲ ਤੋਂ, ਇਸ ਆਦਤਾਂ ਤੋਂ ਮੁਕਤ ਉਹ ਹੋਏ ਨੇ, ਭਾਲੀਐ ਉਹ ਮੁਕਤ ਦਿਸਦੇ ਨੇ, ਭਾਲੀਐ ਦਿਸਦੇ ਨੇ, ਜਿਨ੍ਹਾਂ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਜਿਨ੍ਹਾਂ ਨੇ ਹਿਰਦੇ 'ਚ ਸੰਭਾਲ ਲਿਆ। ਆਖੋ ਵਾਹਿਗੁਰੂ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਭੁੱਲਿਆ ਹੋਇਆ ਮਨੁੱਖ ਉਸ ਵਿੱਚ ਉਲਝਿਆ ਹੋਇਆ ਹੈ ਜਿਹੜਾ ਇੱਥੇ ਹੀ ਛੱਡ ਜਾਣਾ ਹੈ। ਲੋਭ ਲਾਲਚ ਦੇ ਵਿੱਚ ਇੰਨੀ ਪ੍ਰਾਪਰਟੀ ਹੋਵੇ, ਇੰਨਾ ਪੈਸਾ ਹੋਵੇ, ਘੱਟ ਕਮਾ ਲੈਂਦਾ, ਘੱਟ ਪ੍ਰਾਪਰਟੀ ਬਣਾ ਲੈਂਦਾ, ਬੱਚਿਆਂ ਨੂੰ ਗੁਰੂ ਵਿਰਸੇ ਦਾ ਪਿਆਰ ਮੰਨਣ ਲਈ ਟਾਈਮ ਤਾਂ ਕੱਢ ਲੈਂਦਾ, ਘਰ ਦੇ ਵਿੱਚ ਏਕਤਾ ਇਤਫਾਕ ਬਣਾਉਣ ਲਈ ਤੇ ਕੋਈ ਤਾਣਾ ਬਾਣਾ ਬੁਣ ਲੈਂਦਾ। ਜਿਸ ਵਿੱਚ ਉਲਝੇ ਹੈ ਤੇ ਇੱਥੇ ਹੀ ਛੱਡ ਜਾਣਾ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿੱਥੈ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਵਰਤਣਾ ਸੀ ਰੱਬ ਦੇ ਗੁਣਾਂ ਨਾਲ, ਰੱਬ ਦੀ ਬਖਸ਼ਿਸ਼ ਨਾਲ, ਰੱਬ ਦੇ ਪਿਆਰ ਨਾਲ, ਸ਼ੁਕਰਾਨੇ ਨਾਲ, ਪੈ ਭਾਵਨੀ ਨਾਲ। ਜ਼ਿੰਦਗੀ 'ਚ ਵਰਤਣਾ ਸੀ ਗੁਰੂ ਦੇ ਉਪਦੇਸ਼ਾਂ ਨਾਲ, ਗੁਰਮਤ ਨਾਲ, ਗੁਰਬਾਣੀ ਨਾਲ, ਗੁਰਸਿੱਖੀ ਨਾਲ। ਇਸ ਦੀ ਤਾਂ ਤੈਨੂੰ ਫਿਕਰ ਹੀ ਕੋਈ ਨਹੀਂ, ਚਿੰਤਾ ਹੀ ਕੋਈ ਨਹੀਂ, ਤੂੰ ਤਾਂ ਉਲਝ ਗਿਆ। ਪਾਥੇ ਸਈ ਨਿਕਲੇ ਜੇ ਗੁਰ ਕੀ ਪੈਰੀ ਪਾਏ। ਇਸ ਜਾਲ ਵਿੱਚੋਂ ਫਸੇ ਹੋਏ ਉਹੀ ਨਿਕਲੇ। ਇੱਥੇ ਗੁਰੂ ਕੀ ਪੈਰੀ, ਗੁਰ ਕੇ ਚਰਨ, ਗੁਰ ਕੇ ਚਰਨ ਗੁਰ ਸ਼ਬਦ ਹੈ, ਉਪਦੇਸ਼। ਗੁਰ ਕੀ ਪੈਰੀ ਪੈਣ ਦੇ ਅਰਥ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨ ਲਿਆ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨ ਲਿਆ, ਉਹ ਬਚ ਜਾਂਦੇ ਨੇ ਉਸ ਜਾਲ ਤੋਂ। ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ। ਹੋਰ ਕੋਈ ਨਹੀਂ ਜਿਹੜਾ ਇਹਦੀ ਰੱਖਿਆ ਕਰ ਸਕੇ, ਕੋਈ ਵੀ ਦੂਜਾ ਨਹੀਂ ਹੈ ਜਿਹੜਾ ਇਸ ਨੂੰ, ਇਸ ਮਾਰਗ ਦਾ ਰਸਤਾ ਦਿਖਾ ਸਕੇ, ਗੁਰੂ ਤੋਂ ਬਿਨਾਂ, ਵਾਹਿਗੁਰੂ ਜੀ ਤੋਂ ਬਿਨਾਂ। ਚਾਰੇ ਕੁੰਡਾਂ ਭਾਲ ਕੈ ਆਏ ਪਿਆ ਸ਼ਰਨਾਏ। ਸਤਿਗੁਰੂ ਕਹਿੰਦੇ ਚਾਰੇ ਕੁੰਡਾਂ ਮੈਂ ਹਰ ਥਾਂ ਤੇ ਰਿਸਰਚ ਕਰਕੇ ਦੇਖੀ, ਦੁਨੀਆ ਦਾ ਹਰ ਪੱਖ ਖੋਜ ਕੇ ਦੇਖਿਆ। ਵਾਹਿਗੁਰੂ ਜੀ ਤੋਂ ਬਿਨਾਂ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਕੋਈ ਨਹੀਂ ਜਿਹੜਾ ਇਸ ਸੁਭਾਅ ਵਿੱਚ, ਕੂੜ ਦੇ ਰਸਾਂ ਵਿੱਚ ਡੁੱਬਣ ਤੋਂ ਬਚਾ ਸਕੇ, ਉਹਨੇ ਸੱਚ ਦੇ ਪਾਤਸ਼ਾਹ ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਰੂਪ ਹੈ ਉਹਦਾ ਸੱਚਾ ਗਿਆਨ, ਸੱਚਾ ਉਪਦੇਸ਼, ਗਿਆਨ ਰੂਪੀ ਨਾਮ ਰੱਬ ਦਾ ਰੂਪ ਹੈ। ਇਹ ਗਿਆਨ ਰੂਪੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਿਆ, ਥਾਂ ਥਾਂ ਤੇ ਪਿਆ। ਗੁਰੂ ਕੋਲੇ ਜਾਵਣ ਵਾਲਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਨ ਵਾਲਿਓ, ਗੁਰਬਾਣੀ ਦਾ ਪਾਠ, ਕਥਾ ਕੀਰਤਨ ਸੁਣਨ ਤੇ ਕਰਨ ਵਾਲਿਓ, ਵਾਹਿਗੁਰੂ ਜੀ ਦਾ ਉਹ ਜਿਹੜਾ ਸਰੂਪ ਸਤਿਗੁਰ ਸਰੂਪ ਬਣ ਕੇ ਹੈ, ਸੱਚਾ ਗਿਆਨ ਬਣ ਕੇ ਹੈ, ਗੁਰ ਸਰੂਪ ਬਣ ਕੇ ਹੈ, ਉਸਨੇ ਸੁਭਾਅ ਨੂੰ ਡੁੱਬਦੇ ਨੂੰ ਬਚਾਉਣਾ ਸੀ, ਉਸ ਨਾਲ ਸਾਂਝ ਪਾਉਣੀ ਵਿਜ਼ਨ ਸੀ, ਮਕਸਦ ਸੀ ਕਿ ਗੁਰੂ ਤੋਂ ਸਿੱਖਣਾ, ਲਾਹਾ ਲੈਣਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਪੰਜਵਾਂ ਸ਼ਬਦ ਹੈ, ਸ੍ਰੀ ਰਾਗ ਦਾ 74ਵਾਂ ਸ਼ਬਦ ਹੈ। ਘੜੀ ਮਹੱਤ ਕਾ ਪਾਹੁਣਾ ਕਾਜ ਸਵਾਰਨਹਾਰ। ਇਹ ਕਹਾਵਤ ਹੈ ਪਿੰਡਾਂ 'ਚ ਵਰਤੀ। ਕੋਈ ਪ੍ਰਾਹੁਣਾ ਆਇਆ ਘੜੀ 2 ਘੜੀ ਰਹਿਣ ਵਾਸਤੇ, ਉਹਨਾਂ ਦੇ ਇੰਜਨ ਠੀਕ ਕਰਨ ਵਾਲਾ ਕਹਿੰਦਾ ਮੈਂ ਇੰਜਨ ਜਿਹੜਾ ਹੈ ਉਹ ਮੈਂ ਠੀਕ ਕਰ ਦੇਣਾ, ਉਹਨਾਂ ਦਾ ਕਾਜ ਸਵਾਰਨ ਲੱਗ ਪਿਆ। ਇੰਜਨ ਸਾਰਾ ਖੋਲ ਲਿਆ, ਇਹਨੂੰ ਇਹਦਾ ਜਾਣ ਦਾ ਸਮਾਂ ਹੋ ਗਿਆ, ਖਲਾਰਾ ਪਾ ਕੇ ਚਲਿਆ ਗਿਆ। ਇਹ ਜ਼ਿੰਦਗੀ ਦੀ ਵੈਲਿਊ ਸਮਝ। ਇੱਥੇ ਪ੍ਰਾਹੁਣੇ ਵਾਂਗ ਲਿਮਟਿਡ ਸਮਾਂ ਮਿਲਿਆ, ਬੜੀ ਕੀਮਤ ਹੈ ਜੀਵਨ। ਇਹਨੂੰ ਪੈਸਾ ਕਮਾਉਣ, ਪ੍ਰਾਪਰਟੀ ਬਣਾਉਣ ਵਿੱਚ ਇਤਨਾ ਨਾ ਉਲਝਾ
ਕਿ ਘਰ ਵਿੱਚੋਂ ਬਹੁਤ ਕੁਝ ਵਾਲੇ ਪਾਸੇ ਤੋਂ ਖਾਲੀ ਰਹਿ ਜਾਵੇ। ਮਾਇਆ ਕਾਮ ਵਿਆਪਿਆ ਸਮਝੈ ਨਹੀਂ ਗਵਾਰ। ਇਹ ਮੂਰਖ ਹੋ ਗਿਆ ਮਨ, ਗਵਾਰ, ਮੂਰਖ। ਇਹ ਮਨ ਮਾਇਆ ਦੇ ਕੂੜ ਦੇ ਰਸਾਂ ਦੀ ਖਿੱਚ ਵਿੱਚ ਫਸ ਗਿਆ। ਕਾਮ ਦੇ ਅਰਥ ਹੈ ਪੰਜ ਵਿਕਾਰ, ਵਿਕਾਰਾਂ ਦੇ ਰਸਾਂ ਵਿੱਚ ਲਿਪਟ ਹੋ ਗਿਆ। ਇਸੇ ਨੂੰ ਜ਼ਿੰਦਗੀ ਦਾ ਮਕਸਦ ਸਮਝੀ ਬੈਠਾ ਹੈ। ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ। ਜ਼ਿੰਦਗੀ ਵਿੱਚ ਸਾਰੀ ਜ਼ਿੰਦਗੀ ਪੰਜ ਵਿਕਾਰਾਂ ਦੇ ਕੂੜ ਦੇ ਰਸਾਂ ਵਿੱਚ ਉਲਝਿਆ ਹੋਇਆ ਇੱਕ ਦਿਨ ਪਛਤਾਵੇ ਵਿੱਚ ਜਾਂਦਾ ਹੈ। ਕਹਿੰਦਾ ਸੀ ਮੈਂ ਬੱਚਿਆਂ ਲਈ ਕਰ ਰਿਹਾ, ਬੱਚੇ ਆਗਿਆਕਾਰ ਨਹੀਂ ਰਹੇ। ਕਹਿੰਦਾ ਸੀ ਮੈਂ ਘਰ ਦੀਆਂ ਖੁਸ਼ੀਆਂ ਵਾਸਤੇ ਕਰਦਾ, ਘਰ ਨਰਕ ਬਣਾ ਲਿਆ। ਸਮਝਣਾ ਪਈ ਅੰਧੇ ਤੂੰ ਬੈਠਾ ਕੰਧੀ ਪਾ ਹੈ। ਐ ਮਨਾ, ਤੂੰ ਅੰਧਾ ਹੈ, ਤੈਨੂੰ ਦਿਸਦਾ ਨਹੀਂ। ਤੂੰ ਤਾਂ ਇਦਾਂ ਹੈ ਜਿਵੇਂ ਨਦੀ ਦੇ ਕਿਨਾਰੇ ਤੇ ਇੱਕ ਬ੍ਰਿਕਸ਼ ਉੱਗਿਆ ਹੁੰਦਾ ਹੈ। ਕਦੋਂ ਛੋਟੀ ਜਿਹੀ ਲਹਿਰ ਆਏਗੀ ਤੇ ਉਹਨੂੰ ਫੱਟ ਕੇ ਸੁੱਟ ਦੇਗੀ। ਇੱਕ ਮੌਤ ਰੂਪੀ ਲਹਿਰ ਆਉਂਦੀ ਹੈ, ਸਰੀਰਕ ਜ਼ਿੰਦਗੀ ਨੂੰ ਪੱਟ ਕੇ ਸੁੱਟ ਦਿੰਦੀ ਹੈ। ਵਿਕਾਰਾਂ ਦੀ ਲਹਿਰ ਆਉਂਦੀ ਹੈ, ਆਤਮਿਕ ਜੀਵਨ ਨੂੰ ਢਾ ਦਿੰਦੀ ਹੈ। ਇਸ ਲਈ ਸਮਝ ਇਸ ਦੀ ਵੈਲਿਊ ਨੂੰ, ਜ਼ਿੰਦਗੀ ਦੀ ਵੈਲਿਊ ਨੂੰ। ਜੇ ਹੋਵੀ ਪੂਰਵ ਲਿਖਿਆ ਤਾਂ ਗੁਰ ਕਾ ਬਚਨ ਕਮਾਹਿ ਰਹਾਓ। ਪਹਿਲਾਂ ਤੂੰ ਚੰਗੇ ਵਿਚਾਰ ਸੁਣੇਗਾ, ਗੁਰਬਾਣੀ ਦੇ ਅਰਥ ਸਮਝੇਗਾ, ਗੁਰਬਾਣੀ ਦੇ ਵਿੱਚੋਂ ਗੁਰ ਸਰੂਪ ਦੇ ਦੀਦਾਰ ਕਰੇਗਾ, ਸਤਿਗੁਰ ਸਰੂਪ ਦੇ ਗੁਰੂ ਕੀ ਆਵਾਜ਼ ਸੱਚੇ ਗਿਆਨ ਦੇ ਦੀਦਾਰ ਕਰੇਗਾ, ਗੁਰੂ ਦੀਆਂ ਵਾਹਿਗੁਰੂ ਦੀਆਂ ਵਿਚਾਰਾਂ ਸੁਣੇਗਾ ਤਾਂ ਪਹਿਲਾਂ ਤੈਨੂੰ ਚੰਗਾ ਲੱਗੇਗਾ। ਤੇਰੀ ਸੋਚ ਵਿੱਚ ਲਿਖਿਆ ਜਾਏਗਾ, ਤੇਰੀ ਵਿਚਾਰਧਾਰਾ ਉਵੇਂ ਬਣ ਜਾਏਗੀ ਕਿ ਮੈਂ ਜਿਉਵਾਂ। ਜੇ ਪਹਿਲਾਂ ਤੇਰੀ ਸੋਚ ਵਿੱਚ, ਤੇਰੇ ਸੁਭਾਅ ਵਿੱਚ ਲਿਖਿਆ ਜਾਏਗਾ ਨਾ, ਫਿਰ ਤੈਨੂੰ ਗੁਰੂ ਦੇ ਬਚਨ ਉਪਦੇਸ਼ ਚੰਗੇ ਲੱਗਣਗੇ, ਫਿਰ ਤੂੰ ਕਮਾਏਗਾ, ਫਿਰ ਮੰਨੇਗਾ। ਇਸ ਲਈ ਯਤਨ ਕਰ ਇਸ ਪਾਸੇ। ਅਰਥਾਂ ਸਮੇਤ ਸਹਿਜ ਪਾਠ ਇੱਕ ਯਤਨ ਹੈ। ਗੁਰੂ ਦੇ ਅਰਥ ਸਮਝ ਆਉਂਦੇ ਨੇ, ਬੜਾ ਚੰਗਾ ਲੱਗਦਾ ਹੈ, ਮਨ ਨੂੰ ਚੰਗਾ ਲੱਗਦਾ ਹੈ। ਸਮਝ ਲਿਓ ਮਨ ਵਿੱਚ ਲਿਖਿਆ ਗਿਆ। ਜਿਵੇਂ ਗੁਰੂ ਸਾਹਿਬ ਕਹਿ ਰਹੇ ਨੇ, ਜਿਵੇਂ ਸਮਝ ਆਈ ਉਵੇਂ ਵਿਚਾਰਧਾਰਾ ਬਣ ਗਈ, ਸੁਭਾਅ ਵਿੱਚ ਲਿਖਿਆ ਗਿਆ। ਉਸ ਤਰ੍ਹਾਂ ਦੀ ਸੋਚ ਬਣ ਗਈ, ਜਜ਼ਬਾ ਬਣ ਗਿਆ, ਇੱਦਾਂ ਜਿਉਣਾ ਹੈ। ਸਮਝ ਲਓ ਸੋਚ ਵਿੱਚ ਲਿਖਿਆ ਗਿਆ। ਪਹਿਲਾਂ ਲਿਖਿਆ ਜਾਂਦਾ, ਜੇ ਹੋ ਵੀ ਪੂਰਵ ਲਿਖਿਆ। ਜੇ ਪਹਿਲਾਂ ਲਿਖਿਆ ਤਾਂ ਹੀ ਗੁਰ ਕਾ ਬਚਨ ਕਮਾਹਿ। ਹਰੀ ਨਾਹੀ ਨਹਿ ਡਡਰੀ ਪੱਕੀ ਵੱਢਣ ਹਾਰ। ਸਤਿਗੁਰੂ ਐਗਜ਼ਾਮਪਲ ਦਿੰਦੇ ਨੇ। ਹਾੜੀ ਦੀ ਫਸਲ ਕੱਟਣ ਦਾ ਸਮਾਂ ਆ ਗਿਆ। ਉਹਦੇ 'ਚ ਕੁਝ ਬੂਟੇ ਹਰੇ ਨੇ, ਕੁਝ ਡੱਡਰੀ। ਡੱਡਰੀ ਹੁੰਦਾ ਹੈ ਹਲੇ ਫਲ ਲੱਗਿਆ ਪਰ ਦਾਣੇ ਕੱਚੇ ਨੇ, ਫਲ ਕੱਚਾ ਹੈ। ਪਰ ਜਦੋਂ ਕਿਰਸਾਨ ਨੇ ਦੇਖਿਆ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਲਾਵੇ ਵਾਢੇ, ਵੱਢਣ ਵਾਲੇ, ਉਹ ਫਸਲ ਨੂੰ ਵੱਢਣ ਵਾਲੇ ਤਿਆਰ ਹੋ ਗਏ ਨੇ। ਦਾਤ ਉਹਨਾਂ ਦੇ ਹੱਥ ਵਿੱਚ ਦਾਤਰੀ ਹੈ। ਉਹਨਾਂ ਨੇ ਦਾਤੀ ਲੈ ਕੇ ਸਾਰੀ ਫਸਲ ਵੱਢਣੀ ਹੈ। ਹੁਣ ਸਾਹਮਣੇ ਹਰੀ ਵੀ ਹੈ, ਪੱਕੀ ਵੀ ਹੈ, ਡੱਡਰੀ ਵੀ ਹੈ। ਕੁਛ ਹਾਲੇ ਬਿਲਕੁਲ ਕੱਚੀ ਪਈ ਹੈ, ਹਰੀ ਹੈ। ਕੁਛ ਡੱਡਰੀ, ਅੱਧ ਕੱਚੀ ਅੱਧ ਪੱਕੀ, ਕੁਝ ਪੱਕੀ ਹੈ। ਪਰ ਉਹਨਾਂ ਨੇ ਤਾਂ ਸਾਰਾ ਖੇਤ ਹੀ ਮਿਲ ਲੈਣਾ ਹੈ। ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਜਦੋਂ ਹੁਕਮ ਹੋਇਆ ਨਾ ਕਿਰਸਾਨ ਦਾ, ਸਾਰਾ ਖੇਤ ਮਿਣ ਕੇ ਫਸਲ ਵੱਢ ਦਿੱਤੀ। ਇਸੇ ਤਰ੍ਹਾਂ ਜਿਹੜੀ ਮੌਤ ਹੈ ਨਾ, ਪਤਾ ਨਹੀਂ ਬਚਪਨ ਵਿੱਚ ਵੀ ਆ ਸਕਦੀ ਹੈ, ਜਵਾਨੀ 'ਚ ਵੀ ਆ ਸਕਦੀ ਹੈ, ਬੁਢੇਪੇ ਵਿੱਚ ਵੀ ਆ ਸਕਦੀ ਹੈ। ਇਹ ਜੀਵਨ ਦੀ ਵੈਲਿਊ ਨੂੰ ਸਮਝ, ਇਸ ਵੈਲਿਊ ਨੂੰ ਸਮਝ। ਦੇਖੀ ਕਿਤੇ ਛੋਟੇ ਛੋਟੇ ਵਿਜ਼ਨ, ਛੋਟੇ ਛੋਟੇ ਮਿਸ਼ਨ ਵਿੱਚ ਉਲਝ ਕੇ ਅਸਲੀ ਵਿਜ਼ਨ ਨਾ ਗਵਾ ਲਈ। ਨਤੀਜਾ ਕੀ ਹੋਏਗਾ? ਪਹਿਲਾ ਪਹਿਰ ਧੰਦਾ ਗਿਆ, ਦੂਜਾ ਪਰ ਸੋਇਆ। ਜ਼ਿੰਦਗੀ ਦਾ ਇੱਕ ਹਿੱਸਾ ਉਹਨਾਂ ਯਤਨਾਂ ਵਿੱਚ ਗਿਆ, ਬਹੁਤ ਸਾਰਾ ਪੈਸਾ ਕਮਾ ਲਾਂ, ਬਹੁਤ ਸਾਰੀ ਪ੍ਰਾਪਰਟੀ ਬਣਾ ਲਾਂ। ਦੂਜਾ ਫਿਰ ਗਫਲਤਾ ਦੀ ਨੀਂਦ, ਜਿਹੜੇ ਪਾਸੇ ਤੂੰ ਕਰਨਾ ਸੀ ਉਹ ਕਰ ਨਹੀਂ ਸਕਿਆ। ਘਰ ਵਿੱਚ ਬਖਸ਼ਿਸ਼ ਵਾਲਾ, ਗੁਰਮਤ ਵਾਲਾ, ਸਿੱਖੀ ਵਾਲਾ ਮਾਹੌਲ ਬਣਾ ਨਾ ਸਕਿਆ, ਬੱਚਿਆਂ ਨੂੰ ਸੰਸਕਾਰ ਨਾ ਦੇ ਸਕਿਆ। ਤੀਜਾ ਝਾਕ ਝਕਾਇਆ, ਚੌਥਾ ਭੋਰ ਭਇਆ। ਜਿਵੇਂ ਰਾਤ ਨੂੰ ਤੀਜੇ ਪਹਿਰ ਦੇ ਵਿੱਚ ਅੱਧ ਸੁੱਤਾ ਅੱਧ ਜਾਗਿਆ, ਨੀਂਦ ਦਾ ਜ਼ੋਰ ਹੁੰਦਾ ਹੈ। ਇਸੇ ਤਰ੍ਹਾਂ ਫਿਰ ਇਹ ਦੁਨੀਆ ਦੇ ਕੰਮ ਧੰਦੇ, ਦੁਨੀਆ ਦਾ ਜੰਜਾਲ ਤੇਰੇ 'ਤੇ ਇਤਨਾ ਗਲਬਾ ਪਾ ਲੈਂਦਾ, ਇਤਨਾ ਗਲਬਾ ਪਾ ਲੈਂਦਾ, ਤੇਰੀ ਸੋਝੀ ਇਸ ਪਾਸੇ ਚੱਲਦੀ ਹੋਈ ਨਹੀਂ। ਚੌਥਾ ਬੁਢੇਪਾ ਆ ਜਾਂਦਾ ਹੈ, ਉਧਰ ਦਿਨ ਚੜ੍ਹ ਜਾਂਦਾ ਹੈ। ਭੋਰ ਭਇਆ, ਦਿਨ ਚੜ੍ਹ ਗਿਆ, ਇੱਧਰ ਬੁਢੇਪਾ ਆ ਗਿਆ, ਹੁਣ ਕੁਛ ਕਰ ਨਹੀਂ ਸਕਦਾ, ਪਛਤਾਵਾ, ਬਹੁਤ ਕੁਛ ਗਵਾ ਲਿਆ। ਹੁਣ ਤਾਂ ਸਮਾਂ ਪੁੱਛਦਾ ਹੈ, ਕਿਆ ਤੈਂ ਖਟਿਆ ਕਹਾਂ ਗਵਾਇਆ। ਚਲੋ ਸ਼ਤਾਬ ਦੀਵਾਨ ਬਲਾ, ਛੇਤੀ ਕਰ ਸ਼ਤਾਬ, ਤੇਰੇ ਅੰਦਰ ਵਾਹਿਗੁਰੂ ਦਾ ਦਰਬਾਰ ਹੈ, ਦੇ ਜਵਾਬ ਕੀ ਖਟਿਆ ਹੈ।
ਫਿਰ ਗੁਰੂ ਸਾਹਿਬ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੰਕਤੀ ਲਾਗੂ ਹੁੰਦੀ ਹੈ, ਕਾਰਣੋ ਹੋਤੋ ਸੋ ਨਾ ਕੀਓ, ਭਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਹੁਣ ਤਾਂ ਸਮਾਂ ਗਵਾ ਲਿਆ। ਕਦ ਹੀ ਚਿਤ ਨ ਆਇਓ, ਜਿਨ ਜੀਓ ਪਿੰਡ ਦੀਆ। ਜਿਸ ਵਾਹਿਗੁਰੂ ਜੀ ਨੇ ਜੀਵਨ ਦਿੱਤਾ, ਪ੍ਰਾਣ ਦਿੱਤੇ, ਇਹ ਸਰੀਰ ਦਿੱਤਾ, ਉਹਦੇ ਵੱਲ ਤਾਂ ਤੇਰਾ ਚੇਤਾ ਹੀ ਨਹੀਂ ਆਇਆ। ਸਾਧ ਸੰਗਤ ਕਉ ਵਾਰਿਆ, ਜੀਓ ਕੀਆ ਕੁਰਬਾਨ। ਗੁਰੂ ਕੀ ਸੰਗਤ, ਗੁਰਬਾਣੀ ਦਾ ਕਥਾ ਕੀਰਤਨ ਸੁਣਨਾ, ਪਾਠ ਸੁਣਨਾ, ਹੁਕਮਨਾਮਾ ਸੁਣਨਾ, ਆਪ ਪਾਠ ਕਰਨਾ, ਆਪ ਕੀਰਤਨ ਕਰਨੀ, ਇਹ ਵੀ ਸੰਗਤ ਹੈ। ਅੱਜ ਦੇ ਯੁੱਗ ਅਨੁਸਾਰ ਸੋਸ਼ਲ ਮੀਡੀਆ ਰਾਹੀਂ ਵੀ ਸੰਗਤ ਹੈ। ਟੈਲੀਵਿਜ਼ਨ ਤੋਂ ਸੁਣ ਰਿਹਾ, ਕੋਈ ਡਿਵਾਈਸ ਤੋਂ ਲਾਹਾ ਲੈ ਰਿਹਾ, ਇਹ ਵੀ ਸੰਗਤ ਹੈ। ਕੁਰਬਾਨ ਜਾਈਏ ਗੁਰੂ ਕੀ ਸੰਗਤ ਤੋਂ, ਜਿਹਦੇ ਵਿੱਚੋਂ ਸਾਨੂੰ ਇਹ ਸੋਝੀ ਮਿਲਦੀ ਹੈ। ਜਿਸ ਤੇ ਸੋਝੀ ਮਨ ਪਈ, ਮਿਲਿਆ ਪੁਰਖ ਸੁਜਾਨ। ਜਦੋਂ ਮਨ ਵਿੱਚ ਇਹ ਸੋਝੀ ਆ ਜਾਂਦੀ ਨਾ, ਫਿਰ ਵਾਹਿਗੁਰੂ ਜੀ ਦਾ ਮਾਰਗ ਬੜਾ ਚੰਗਾ। ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣੀ ਸਭ ਤੋਂ ਮੁੱਖ ਮਕਸਦ ਲੱਗਦਾ ਹੈ। ਅਸਲੀ ਵਿਜ਼ਨ ਇਹ ਬਣ ਜਾਂਦਾ। ਵਾਹਿਗੁਰੂ ਜੀ ਦੇ ਗੁਣਾਂ ਵਾਲਾ ਜੀਵਨ ਜਿਉਣਾ ਔਰ ਪਰਉਪਕਾਰ ਲਈ ਜਿਉਣਾ, ਆਪਣੇ ਰੱਬ ਨੂੰ, ਆਪਣੇ ਗੁਰੂ ਨੂੰ ਖੁਸ਼ ਕਰਨਾ, ਮੇਰੇ ਮਕਸਦ ਬਣ ਜਾਂਦਾ ਹੈ। ਫਿਰ ਅੰਦਰ ਇੱਛਾ ਜਾਗਦੀ ਹੈ, ਜਿਤਨਾ ਕਿ ਮੈਨੂੰ ਸੋਝੀ ਮਿਲੀ ਹੈ ਹਰ ਇੱਕ ਨੂੰ ਵੰਡੀਏ। ਨਾਨਕ ਡਿੱਠਾ ਸਦਾ ਨਾਲ, ਹਰ ਅੰਤਰ ਜਾਮੀ ਜਾਣ। ਫਿਰ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਤੇ ਹਰ ਥਾਂ ਤੇ ਨਾਲ ਨੇ, ਅੰਤਰਜਾਮੀ ਨੇ, ਦਿਲਾਂ ਦੀਆਂ ਜਾਣਨਹਾਰ ਨੇ। ਦੁਨੀਆ ਵਿਰੋਧ ਕਰਦੀ ਨਾ, ਨਫ਼ਰਤ ਕਰਦੀ, ਰੁਕਾਵਟਾਂ ਖੜੀਆਂ ਕਰਦੀ, ਵਾਹਿਗੁਰੂ ਜੀ ਨੂੰ ਪਤਾ ਹੁੰਦਾ ਹੈ ਇਹਦਾ ਕਸੂਰ ਕੋਈ ਨਹੀਂ, ਉਹ ਰੁਕਾਵਟਾਂ ਖੜੀਆਂ ਕਰ ਰਹੇ ਨੇ। ਫਿਰ ਅੰਤਰਜਾਮੀ ਬੌੜਦੇ ਨੇ, ਆਖੋ ਨਵੇਂ ਰਾਹ ਖੋਲ੍ਹਦੇ ਨੇ, ਪਰਉਪਕਾਰ ਦੇ ਰਾਹ ਖੋਲ੍ਹਦੇ ਨੇ, ਬਖਸ਼ਿਸ਼ ਦਿੰਦੇ ਨੇ। ਅੰਦਰੋਂ ਮਜ਼ਬੂਤੀ ਮਿਲਦੀ ਹੈ, ਅੰਦਰੋਂ ਸਿਦਕ ਮਿਲਦਾ ਹੈ, ਵਿਸ਼ਵਾਸ ਮਿਲਦਾ ਹੈ, ਗੁਰੂ ਕਾ ਗੁਰਸਿੱਖ ਤੁਰਦਾ ਹੈ। ਕੁਰਬਾਨ ਜਾਈਏ ਵਾਹਿਗੁਰੂ ਜੀ ਤੋਂ, ਕੁਰਬਾਨ ਜਾਈਏ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ। ਸ੍ਰੀ ਰਾਗ ਮਹੱਲਾ ਪੰਜਵਾਂ, ਸ੍ਰੀ ਰਾਗ ਦਾ 75ਵਾਂ ਸ਼ਬਦ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪੰਜਵਾਂ ਸ਼ਬਦ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਉ। ਬਾਕੀ ਭਾਵੇਂ ਮੈਨੂੰ ਕੁਝ ਭੁੱਲ ਜਾਵੇ, ਪਰ ਵਾਹਿਗੁਰੂ ਜੀ ਦੀ ਯਾਦ ਨਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਨਾ ਭੁੱਲੇ, ਉਹਦੇ ਭੈ ਵਿੱਚ ਜਿਉਣਾ ਨਾ ਭੁੱਲੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਵਰਤਣਾ ਔਰ ਪਰਉਪਕਾਰ ਕਰਨਾ, ਬਸ ਆ ਨਾ ਭੁੱਲੇ। ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ ਹੈ, ਇਹ ਨਾ ਅੰਦਰੋਂ ਭੁੱਲੇ। ਗੁਰਸਿੱਖੀ ਨਾਲ ਪਿਆਰ, ਗੁਰਮਤ ਨਾਲ ਪਿਆਰ, ਗੁਰਬਾਣੀ ਨਾਲ ਪਿਆਰ, ਤੇ ਇਹ ਨਾ ਭੁੱਲ ਜੇ। ਬਾਕੀ ਭਾਵੇਂ ਸਭ ਕੁਝ ਭੁੱਲ ਜੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਧੰਦਾ ਸਭ ਜਲਾਏ ਕੈ, ਗੁਰ ਨਾਮ ਦੀਆ ਸੱਚ ਸੁਆਓ। ਬਾਕੀ ਘੱਟ ਮਿਲ ਜਾਵੇ ਕੋਈ ਗੱਲ ਨਹੀਂ, ਘੱਟ ਕਮਾ ਲਿਆ ਕੋਈ ਗੱਲ ਨਹੀਂ, ਪ੍ਰਾਪਰਟੀ ਘੱਟ ਬਣ ਗਈ ਕੋਈ ਗੱਲ ਨਹੀਂ, ਪੈਸਾ ਘੱਟ ਮਿਲ ਗਿਆ ਕੋਈ ਗੱਲ ਨਹੀਂ। ਐਵੇਂ ਫਜ਼ੂਲ ਦੀ એનર્ਜੀ ਵੇਸਟ ਕਰਨੀ, ਫਜ਼ੂਲ ਦਾ ਐਵੇਂ ਜੀਵਨ ਬਰਬਾਦ ਕਰਨਾ, ਉਸ ਪਾਸੇ ਤੋਂ ਧੰਦਾ ਸਭ ਜਲਾਇਕ ਹੈ। ਗੁਰੂ ਦੇ ਗਿਆਨ ਨੇ, ਉਪਦੇਸ਼ਾਂ ਨੇ, ਗੁਰੂ ਦੀ ਆਵਾਜ਼ ਨੇ, ਗੁਰੂ ਦੀਆਂ ਸਿੱਖਿਆਵਾਂ ਨੇ, ਉਹ ਫਿਰ ਜਿਹੜੀ ਅਨਨੈਸੈਸਰੀ ਟਾਈਮ ਵੇਸਟਿੰਗ, એનર્ਜੀ ਵੇਸਟਿੰਗ, ਜੀਵਨ ਵੇਸਟ ਕਰ ਰਿਹਾ ਸੀ, ਉਹ ਜਿਹੜਾ ਐਵੇਂ ਧੰਦ ਪਿੱਟ ਰਿਹਾ ਸੀ, ਉਹ ਆਦਤਾਂ ਸਾੜ ਦਿੱਤੀਆਂ। ਪਹਿਲਾਂ ਇਹੀ ਮਨ ਕਹਿੰਦਾ ਸੀ ਕਿ ਚਾਰ ਗੱਲਾਂ ਕਰੀਏ, ਨਿੰਦਾ ਚੁਗਲੀ ਸੁਣੀਏ ਤੇ ਲੋਕਾਂ ਦੀ ਨਿੰਦਾ ਚੁਗਲੀ ਸੁਣੀਏ ਤੇ ਆਪ ਸੁਣਾਈਏ, ਟਾਈਮ ਪਾਸ ਹੋ ਜਾਏਗਾ। ਇਹੀ ਮਨ ਨੂੰ ਪਤਾ ਲੱਗ ਗਿਆ, ਐਵੇਂ ਧੰਦ ਪਿੱਟ ਰਹੇ ਆ, ਨੁਕਸਾਨ ਕਰ ਰਹੇ ਆ ਆਪਣਾ, ਟਾਈਮ ਬਰਬਾਦ ਹੋ ਰਿਹਾ। ਆਖੋ ਗੁਰੂ ਦਾ ਵਿਰਸਾ ਪੜ੍ਹ ਲੈ, ਗੁਰਬਾਣੀ ਦੇ ਅਰਥ ਸਿੱਖ ਲੈ, ਆਪਣੀ ਜੀਵਨ ਦੀ એનર્ਜੀ ਨੂੰ, ਜੀਵਨ ਦੀ ਦਿਸ਼ਾ ਨੂੰ ਸਹੀ ਪਾਸੇ ਲਾਉਣ ਦੀ ਸੋਝੀ ਆ ਗਈ। ਆਖੋ ਸਤਿਗੁਰੂ ਜੀ ਨੇ ਗੁਰਨਾਮ ਦੀਆ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜਦੋਂ ਗੁਰੂ ਸਰੂਪ ਦੇ ਦਰਸ਼ਨ ਕੀਤੇ ਨਾ, ਗੁਰਬਾਣੀ ਦੇ ਗੁਰ ਸਰੂਪ ਨੇ ਗਿਆਨ ਰੂਪੀ ਨਾਮ ਦਿੱਤਾ, ਉਪਦੇਸ਼, ਸੱਚ ਦੀ ਆਵਾਜ਼, ਸੱਚ ਦਾ ਗਿਆਨ, ਇਹਦਾ ਸਵਾਦ ਆ ਗਿਆ। ਬਸ ਇਹੀ ਮਕਸਦ ਬਣ ਗਿਆ, ਸੁਆਓ ਮਨੋਰਥ ਬਣ ਗਿਆ। ਸਭੇ ਆਸਾਂ ਸਭੇ ਲਾਇਕ ਹੈ, ਇੱਕਾ ਆਸ ਕਮਾਹੁ। ਪਹਿਲਾਂ ਉਮੀਦਾਂ ਸਨ, ਇੱਥੋਂ ਕੰਮ ਬਣੇਗਾ, ਇੱਥੋਂ ਕੰਮ ਬਣੇਗਾ, ਇੱਥੋਂ ਬਣੇਗਾ। ਸਾਰੀਆਂ ਉਮੀਦਾਂ ਲਾ ਕੇ ਆਪਣੇ ਗੁਰੂ ਤੇ ਭਰੋਸਾ, ਆਪਣੇ ਵਾਹਿਗੁਰੂ ਜੀ ਤੇ, ਬਸ ਇੱਕੋ ਇੱਕ ਆਸ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਸਭ ਕੁਝ ਕਾਮਯਾਬ ਹੋਏਗਾ।
ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਉ। ਸਤਿਗੁਰ ਸਰੂਪ ਗੁਰੂ ਦੀ ਉਹ ਆਵਾਜ਼ ਹੈ ਜਦੋਂ ਜਾਣਦੇ ਹਾਂ ਗੁਰੂ ਕੀ ਕਹਿ ਰਹੇ ਨੇ। ਇਸ ਨੂੰ ਮੰਨਣਾ ਹੀ ਉਸ ਦੀ ਸੇਵਾ ਹੈ ਸਤਿਗੁਰ ਸਰੂਪ ਦੀ। ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ, ਗੁਰੂ ਦੀ ਆਵਾਜ਼ ਨੂੰ ਸਮਝ ਕੇ ਮੰਨਿਆ ਨਾ ਜ਼ਿੰਦਗੀ 'ਚ, ਅੱਗੇ ਜਿਹੜਾ ਪ੍ਰਾਪਤ ਕਰਨਾ ਸੀ ਨਾ ਲਕਸ਼, ਉਹ ਸੀ ਗੁਰਮੁਖ ਸੁਭਾਓ। ਉਹਦੇ ਵਿੱਚ ਟਿਕਾਣਾ ਮਿਲ ਗਿਆ, ਆਖੋ ਆਦਤ ਬਣ ਗਈ, ਰਸ ਬਣ ਗਿਆ, ਜਜ਼ਬਾ ਬਣ ਗਿਆ, ਭਾਵਨਾ ਬਣ ਗਈ। ਜਿੰਨਾ ਚਿਰ ਨਹੀਂ ਪਤਾ ਸੀ ਕਰਮਕਾਂਡ ਵਿੱਚ ਉਲਝੇ ਸੀ। ਜਦੋਂ ਪਤਾ ਲੱਗਿਆ ਗੁਰਬਾਣੀ ਦਾ ਤੱਤ ਸਿਧਾਂਤ, ਫਿਰ ਤੱਤ ਸਿਧਾਂਤ ਨੂੰ ਜ਼ਿੰਦਗੀ 'ਚ ਮੰਨਣਾ, ਇਹਨੂੰ ਜਿਉਣਾ, ਇਹਨੂੰ ਪ੍ਰਚਾਰਨਾ, ਇਹ ਜਿਹੜਾ ਵਿਜ਼ਨ ਮਿਲ ਗਿਆ ਨਾ, ਜਿਹੜੀ ਆਦਤ ਮਿਲ ਗਈ, ਇੱਕ ਰਸ ਮਿਲ ਗਿਆ, ਸਿਦਕ ਮਿਲ ਗਿਆ, ਭਾਵਨਾ ਮਿਲ ਗਈ, ਇਹ ਟਿਕਾਣਾ ਮਿਲ ਗਿਆ। ਆਖੋ ਮਨ ਮੇਰੇ ਕਰਤੇ ਨੂੰ ਸਾਲਾ ਹੈ ਮੇਰੇ ਮਨਾ। ਵਾਹਿਗੁਰੂ ਜੀ ਦੀ ਸ਼ੁਕਰਾਨਾ ਕਰ ਵਾਹਿਗੁਰੂ ਜੀ। ਇਹ ਸਭ ਵਾਹਿਗੁਰੂ ਜੀ ਨੇ ਕੀਤਾ, ਉਹਦੀ ਵਡਿਆਈ ਸਿਫਤ ਸਲਾਘਾ। ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਏ ਰਹਾਓ। ਗੁਰ ਕੀ ਪੈਰੀ ਪਾਏ, ਇਹ ਤੱਤ ਸਾਰ ਹੈ, ਸਿਧਾਂਤ ਹੈ, ਤੱਤ ਸਿਧਾਂਤ ਹੈ, ਸੈਂਟਰਲ ਆਈਡੀਆ ਹੈ। ਰਹਾਓ, ਸਾਰੀਆਂ ਸਿਆਣਪਾਂ ਛੱਡ ਦੇ। ਗੁਰ ਕੀ ਪੈਰੀ, ਗੁਰ ਕੇ ਚਰਨ ਕੀ ਹੈ? ਗੁਰੂ ਦੇ ਉਪਦੇਸ਼, ਗੁਰ ਸ਼ਬਦ। ਪੈਰੀ ਪੈਣਾ ਕੀ ਹੈ? ਗੁਰ ਸ਼ਬਦ ਨੂੰ ਮੰਨਣਾ, ਸਰੈਂਡਰ ਹੋ ਜਾਣਾ, ਗੁਰੂ ਦੇ ਹੁਕਮਾਂ ਨੂੰ ਸਮਰਪਿਤ ਹੋ ਜਾਣਾ। ਦੁੱਖ ਭੁੱਖ ਨਾ ਵਿਆਪਈ, ਸੁਖ ਦਾਤਾ ਮਨ ਸੋਏ। ਫਿਰ ਦੁਨਿਆਵੀ ਰਸਾਂ ਕਸਾਂ ਦੀ, ਕੂੜ ਦੀ, ਨਿੰਦਾ ਦੀ, ਚੁਗਲੀ ਦੀ ਇਹ ਭੁੱਖ ਅੰਦਰ ਵਿਆਪਦੀ ਨਹੀਂ। ਇਹ ਫਿਰ ਦੁੱਖ ਭੁੱਖ ਜਿਹੜੀ ਹੈ ਨਾ, ਖਿੱਚ ਨਹੀਂ ਪਾਉਂਦੀ ਉਸ ਪਾਸੇ। ਮਨ ਵਿੱਚ ਸੁੱਖਾਂ ਦੇ ਦਾਤੇ ਦੀ ਯਾਦ ਵਸ ਜਾਂਦੀ ਹੈ, ਸ਼ੁਕਰਾਨਾ ਭੈ ਵਸ ਜਾਂਦਾ ਹੈ, ਵਾਹਿਗੁਰੂ ਜੀ ਦੇ ਗੁਣ ਅੰਦਰ ਆ ਜਾਂਦੇ ਨੇ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਫਿਰ ਇੱਛਾ ਜਾਗਦੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਜੀ ਤੁਸੀਂ ਆਪਣੀ ਸੇਵਾ 'ਚ ਲਾਇਆ ਹੋਇਆ, ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਦੇ ਮਿਸ਼ਨ 'ਤੇ ਤੋਰਿਆ ਹੋਇਆ, ਮੈਨੂੰ ਉਹਨਾਂ ਦੀ ਸੇਵਾ ਬਖਸ਼ ਦਿਓ। ਭਾਵ ਉਹਨਾਂ ਦੀ ਸਪੋਰਟ ਕਰਨ ਦੀ ਇੱਛਾ ਜਾਗੇ, ਵਲੰਟੀਅਰ ਭਾਵਨਾ। ਕਿਉਂਕਿ ਜਦੋਂ ਵਲੰਟੀਅਰ ਭਾਵਨਾ ਵਿੱਚ, ਪਿਆਰ ਸਤਿਕਾਰ ਵਿੱਚ ਦੂਸਰੇ ਦੀ ਮਦਦ ਕਰਦੇ ਹਨ, ਉਸ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਮੈਂ ਆਪਣੀ ਜ਼ਿੰਦਗੀ ਵਿੱਚ ਬੱਚਿਆਂ ਦੀਆਂ ਕਲਾਸਾਂ ਲਾ ਕੇ ਮਨ ਵਿੱਚ ਭਾਵਨਾ ਹੁੰਦੀ ਹੈ, ਜਿਹੜੇ 5-7 ਸਾਲ ਦੇ ਬੱਚੀਆਂ ਨੇ, ਇਹਨਾਂ ਕੱਲ੍ਹ ਦੀਆਂ ਮਾਵਾਂ ਬਣਨਾ ਹੈ। ਜਿਹੜੇ ਅੱਜ 5-7 ਸਾਲ ਦੇ ਬੱਚੇ ਨੇ, ਇਹਨਾਂ ਨੇ ਕੱਲ੍ਹ ਦੇ ਪਿਤਾ ਬਣਨਾ ਹੈ। ਇਹ ਗੁਰੂ ਦੇ ਸਾਹਿਬਜ਼ਾਦੇ ਨੇ, ਗੁਰੂ ਦੀ ਬਗੀਚੀ ਦੇ ਫੁੱਲ ਨੇ। ਜਦੋਂ ਮੈਂ ਆਨਲਾਈਨ ਇਹਨਾਂ ਦੀਆਂ ਕਲਾਸਾਂ ਲਾਉਣਾ ਤਾਂ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ। ਤੇ ਸੱਚ ਜਾਣਿਓ, ਇਹਨਾਂ ਦੀਆਂ ਕਲਾਸਾਂ ਲਾਉਂਦਿਆਂ ਮੈਨੂੰ ਇਹਨਾਂ ਤੋਂ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਲਈ ਜਦੋਂ ਕੋਈ ਗੁਰੂ ਦੇ ਮਾਰਗ ਤੇ ਤੁਰਦੇ ਨੇ ਨਾ, ਉਹਨਾਂ ਦੀ ਹੈਲਪ ਕਰਨੀ, ਵਲੰਟੀਅਰ ਸੇਵਾ, ਮਦਦ, ਇੱਕ ਦੂਸਰੇ ਦਾ ਸਾਥ ਦੇਣਾ, ਪਿਆਰ ਸਤਿਕਾਰ ਸਹਿਯੋਗ ਦੇਣਾ, ਉਹਦੇ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਾਧੂ ਸੰਗਤ ਸੰਗ ਮਸ਼ੱਕਤੇ, ਸਾਧੂ ਸੰਗ ਮਸ਼ੱਕਤੇ ਤੁਠੈ ਪਾਵਾਂ ਦੇਵ। ਗੁਰੂ ਦੀ ਸੰਗਤ, ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸੰਗਤ, ਗਿਆਨ ਰੂਪੀ ਨਾਮ ਦੀ ਸੰਗਤ, ਗੁਰ ਸਰੂਪ ਤੇ ਸਤਿਗੁਰ ਸਰੂਪ ਦੀ ਸੰਗਤ ਥੋੜ੍ਹੀ ਜਿਹੀ ਹੈ ਤਾਂ ਔਖੀ। ਜਿੰਨਾ ਚਿਰ ਮਨ ਨੂੰ ਚੰਗਾ ਨਹੀਂ ਲੱਗਦਾ, ਔਖੀ ਹੈ, ਮਸ਼ੱਕਤ ਔਖੀ। ਪਰ ਜਦੋਂ ਮਨ ਨੂੰ ਚੰਗਾ ਲੱਗਣ ਲੱਗ ਜਾਏ, ਫਿਰ ਸੁਖਾਲੀ ਵੀ ਹੈ, ਫਿਰ ਗੁਰੂ ਖੁਸ਼ ਹੋ ਜਾਂਦੇ ਨੇ। ਫਿਰ ਵਾਹਿਗੁਰੂ ਜੀ ਦੀ ਯਾਦ, ਵਾਹਿਗੁਰੂ ਜੀ ਹਾਜ਼ਰ ਨਾਜ਼ਰ, ਪਾਵਾਂ ਦੇਵ। ਦੇਵ ਵਾਹਿਗੁਰੂ ਜੀ ਨੂੰ ਪਾ ਲਿਆ। ਸਭ ਕਿਛ ਵਸਗਤ ਸਾਹਿਬ ਹੈ, ਆਪੇ ਕਰਨ ਕਰੇਵ। ਸਾਹਿਬ ਮਾਲਕ ਦੀ ਹੁਕਮ ਚੱਲਦਾ ਹੈ, ਮਾਲਕ ਦੇ ਹੁਕਮ ਵਿੱਚ ਸਾਰਾ ਕੁਝ ਵਰਤ ਰਿਹਾ। ਜਦੋਂ ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ, ਫਿਰ ਸਫਲਤਾ ਹੀ ਸਫਲਤਾ ਮਿਲਦੀ ਹੈ। ਸਤਿਗੁਰ ਕੈ ਬਲਿਹਾਰਣ ਹੈ, ਮਨਸ਼ਾ ਸਭ ਪੂਰੇਵ। ਸਤਿਗੁਰ ਸਰੂਪ ਮੇਰੇ ਗੁਰੂ ਪਾਤਸ਼ਾਹ ਦੀ ਉਹ ਆਵਾਜ਼ ਜੋ ਕਹਿੰਦੀ ਆ ਕਰ ਆ ਨਾ ਕਰ। ਗੁਰਬਾਣੀ, ਰੱਬੀ ਉਪਦੇਸ਼, ਮੇਰੇ ਗੁਰੂ ਦੀ ਬਖਸ਼ਿਸ਼, ਸੱਚਾ ਗਿਆਨ, ਬਲਿਹਾਰ ਜਾਈਏ। ਉਹਨੇ ਅੰਦਰ ਚੰਗੀਆਂ ਭਾਵਨਾਵਾਂ, ਚੰਗੀਆਂ ਮਨਸ਼ਾ ਪੈਦਾ ਕਰ ਦਿੱਤੀਆਂ, ਫਿਰ ਉਹ ਆਪ ਹੀ ਪੂਰੀਆਂ ਕਰਦੇ ਨੇ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਐਸੀ ਮਨਸ਼ਾ ਬਣ ਗਈ, ਸੱਜਣ ਵਾਹਿਗੁਰੂ ਜੀ ਨੇ, ਬਸ ਉਹੀ ਮਿੱਤਰ ਨੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੀ ਸਫਲਤਾ। ਗੁਰੂ ਹੀ ਸੱਜਣ ਨੇ, ਗੁਰੂ ਹੀ ਮਿੱਤਰ ਨੇ, ਗੁਰੂ ਦੀ ਸਿੱਖਿਆ ਉਪਦੇਸ਼ ਨਾਲ ਹੀ ਸਫਲਤਾ ਹੈ।
ਇੱਕ ਸੈ ਦੀ ਸਾਮਗਰੀ, ਇੱਕ ਸੈ ਦੀ ਹੈ ਰੀਤ। ਉਸੇ ਵਾਹਿਗੁਰੂ ਜੀ ਦਾ ਸਭ ਕੁਝ ਪੈਦਾ ਕੀਤਾ। ਜਿਤਨਾ ਮਟੀਰੀਅਲਿਜ਼ਮ ਹੈ ਉਹਦੀ ਸਮੱਗਰੀ ਹੈ, ਜਿਤਨੀਆਂ ਬਖਸ਼ਿਸ਼ਾਂ ਨੇ, ਗੁਣ ਨੇ, ਸ਼ਕਤੀਆਂ ਨੇ, ਸਾਰੀ ਉਹਦੀ ਸਮੱਗਰੀ ਹੈ। ਉਸੇ ਦੀ ਮਰਿਆਦਾ ਹੈ, ਰੀਤ ਹੁੰਦਾ ਮਰਿਆਦਾ, ਉਸੇ ਦਾ ਨਿਜ਼ਮ ਚੱਲ ਰਿਹਾ ਵਾਹਿਗੁਰੂ ਜੀ ਦਾ। ਇੱਕ ਸਸਿਓ ਮਨ ਮਾਨਿਆ ਤਾਂ ਹੁਆ ਨਿਹਚਲ ਚੀਤ। ਜਦੋਂ ਮਨ ਉਸ ਪਿਆਰ ਵਿੱਚ ਭਿੱਜ ਗਿਆ ਨਾ, ਫਿਰ ਇਹਨੂੰ ਅਡੋਲਤਾ ਮਿਲ ਗਈ। ਨਿਹਚਲ ਚੀਤ, ਫਿਰ ਇਹ ਡੋਲਦਾ ਨਹੀਂ, ਚਿੱਤ ਲੱਗ ਗਿਆ, ਅੰਦਰੋਂ ਜੁੜ ਗਿਆ, ਅੰਦਰੋਂ ਭੇਜਣ ਲੱਗ ਗਿਆ। ਸੱਚ ਖਾਣਾ ਸੱਚ ਪਹਿਨਣਾ ਨਾਨਕ, ਵਾਹਿਗੁਰੂ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ। ਤੇ ਸੱਚੀ ਟੇਕ ਅੰਦਰ ਪੈਦਾ ਕਰ ਦਿੱਤੀ, ਸੱਚਾ ਵਿਸ਼ਵਾਸ ਪੈਦਾ ਕਰ ਦਿੱਤਾ। ਸੱਚਾ ਵਿਸ਼ਵਾਸ ਭਾਵ ਸਦਾ ਰਹਿਣ ਵਾਲਾ ਵਿਸ਼ਵਾਸ, ਅਟਲ ਵਿਸ਼ਵਾਸ, ਅਡੋਲ ਵਿਸ਼ਵਾਸ ਮਿਲ ਗਿਆ। ਸੱਚ ਦਾ ਰਾਸੀ ਖੁਰਾਕ ਬਣ ਗਈ, ਸੱਚ ਦਾ ਰਾਸੀ ਜ਼ਿੰਦਗੀ ਦਾ ਪਹਿਰਾਵਾ ਬਣ ਗਿਆ। ਭਾਵ ਗੁਰੂ ਦੇ ਉਪਦੇਸ਼ਾਂ ਦਾ ਗਿਆਨ ਸੋਚ ਬਣ ਗਿਆ, ਸੋਚ ਖੁਰਾਕ ਹੈ। ਤੇ ਗੁਰੂ ਦੇ ਉਪਦੇਸ਼ ਅਨੁਸਾਰ ਗੁਰਮੁਖ ਸੁਭਾਅ ਬਣ ਗਿਆ, ਇਹ ਪਹਿਨਣਾ ਹੈ। ਇਸੇ ਵਿੱਚ ਹੀ ਸੁੰਦਰਤਾ ਹੈ। ਸਤਿਗੁਰੂ ਕਿਰਪਾ ਕਰਨ ਸਭ ਨੂੰ ਪ੍ਰਾਪਤ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਮ ਜਿਮ